श्री वाहिगुरु साहिब जी। जाके सिमरन सब कछ पाइए, बिरथी काल न जाय। तिस प्रभ त्याग अवर कत रत हो, जो सब में रहया समाय। वधाइयां वधाइयां वधाइयां, गुर सिखा मन वधाइयां। जिनी मेरा सतगुर डिठा राम राजे, कोई कर गल सुनावे हर नाम की। सो लगे गुर सिखा मन मिठा, हर दरगह गुर सिख पै नाइयै। जिना मेरा सतगुर तुठा, जन नानक हर हर होया। हर हर मन उठा, तेरे कर आनंद वधाई तुद घर। मान महता तेज अपना आप जर, सर्व कला भरपूर देसे जत कथा। नानक दासन दास तुद आगे बिनवता। नानक दासन दास तुद आगे बिनवता। सतनाम श्री वाहिगुरु साहिब जी। सोरठ महला पंजवा, कर दूजा दुप दे एक ओंकार। सतगुर प्रसाद सगल बनस्पत मह बसंतर। सगल दूध में किया, ऊंच नीच मह जोत सवाणे। घट घट माधो दिया, सगल बनस्पत में बैसंतर। सगल दूध में किया, ऊंच नीच में जोत समाणी। घट घट माधो दिया, संत हो कट कट रहा समायो। पूरन पूर रहो सर्ब मह, जल थल रमैया आह्यो रहा। गुण निधान नानक जस गावै, सतगुर परम चुकायो। सर्ब निवासी सदा अलिपा, सब में रहया समाय। गुण निधान नानक जस गावै, सतगुर परम चुकायो। सर्ब निवासी सदा आलेपा, सब में रहया समाय। वाहिगुरू जी का खालसा, वाहिगुरू जी की फतेह। प्यारे समूह साध संगत, धनता दे योग है जिन्हां नूं ਇਹ ਬਖਸ਼ਿਸ਼ਾਂ ਭਰਿਆ ਅੱਜ ਦਾ ਦਿਹਾੜਾ ਪ੍ਰਾਪਤ ਹੋਇਆ। ਆਪ ਜੀ ਸਾਰੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੇ ਹੋਏ ਹੋ ਤੇ ਨਾਲ ਹੀ ਵਧਾਈਆਂ ਦੀ ਪਾਤਰ ਹੋ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਸਤਿਗੁਰਾਂ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੂਸਰੇ ਪੁੱਤਰ ਸਾਹਿਬਜ਼ਾਦਾ ਜੁਝਾਰ ਸਿੰਘ ਜੀਆਂ ਦਾ ਜਨਮ ਦਿਹਾੜਾ ਹੈ ਤੇ ਨਾਲ ਦੀ ਨਾਲ गुरु हर राय महाराज जी का गुरता पर्व भी है। समूह साध संगत नो धन गुरु हर राय महाराज जी के गुरता पर्व की अति साहिबजादा जुझार सिंह जी के जन्म दिहाड़े की लख लख वधाई हुई, करोड़ करोड़ वधाई हुई। सतगुरु बख्शंद पिता कृपा करे सबना के घर परिवारों में सानू
ਉਸ ਮਾਲਕ ਦੇ ਨਾਲ ਜੋੜ ਕੇ ਰੱਖੇ, ਮਾਲਕ ਦੇ ਨਾਲ ਸਾਡੀ ਪ੍ਰੀਤ ਬਣ ਆਵੇ। ਸਾਰੇ ਹੀ ਵਧਾਈਆਂ ਦੇ ਪਾਤਰ ਹੋ ਜਿਹੜੇ ਕਿ ਸਤਿਗੁਰ ਦੇ ਮੁਬਾਰਕ ਚਰਨਾਂ ਦੇ ਨਾਲ ਜੁੜੇ ਹੋਏ ਹੋ। ਪਿਆਰੇ, ਜਦੋਂ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਦੂਸਰੇ ਸੁਪੁੱਤਰ ਬਾਬਾ ਜੁਝਾਰ ਸਿੰਘ ਦੀ ਗੱਲ ਕਰੀਏ ਤੇ ਉਦੋਂ ਚਾਰਾਂ ਹੀ ਸਾਹਿਬਜ਼ਾਦਿਆਂ ਦੀ ਗੱਲ ਆ ਜਾਂਦੀ ਹੈ। ਚਾਰਾਂ ਹੀ ਸਾਹਿਬਜ਼ਾਦਿਆਂ ਨਾਮ ਸਾਡੇ ਰਸਨਾ ਤੇ ਆ ਜਾਂਦਾ, ਸਾਡੇ ਜ਼ਿਹਨ ਦੇ ਵਿੱਚ ਆ ਜਾਂਦਾ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀਆਂ ਦਾ ਆਗਮਨ ਜੋ ਹੋਇਆ, ਜਨਮ ਜੋ ਹੋਇਆ, ਉਹ ਅੱਜ ਦਾ ਪਾਵਨ ਪਵਿੱਤਰ ਦਿਹਾੜਾ। ਇੱਕ ਦਿਨ ਪਿਆਰਿਓ, ਮਾਤਾ ਜੀਤੋ ਜੀ ਜਦੋਂ ਬੱਚੇ, ਜਦੋਂ ਸਾਹਿਬਜ਼ਾਦੇ ਜਵਾਨ ਹੋ ਰਹੇ ਨੇ ਤੇ ਮਾਤਾ ਜੀ ਪੁੱਛਦੇ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ, ਸਤਿਗੁਰੂ ਜੀ ਇਹਨਾਂ ਬੱਚਿਆਂ ਦੇ ਹੁਣ ਜਵਾਨ ਹੋ ਗਏ ਨੇ ਸਾਹਿਬਜ਼ਾਦੇ, ਇਹਨਾਂ ਦੇ ਕਿੱਥੇ ਵਿਆਹ ਕਰਨੇ ਨੇ, ਇਹਨਾਂ ਦੇ ਰਿਸ਼ਤੇ ਕਿੱਥੇ ਕਰਨੇ ਨੇ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਪਿਆਰਿਓ ਉਹਨਾਂ ਨੂੰ ਐਵੇਂ ਖੜੇ ਕਰਕੇ ਬੁਲਾਇਆ, ਆਵਾਜ਼ ਮਾਰੀ, ਖੇਡ ਰਹੇ ਸਨ, ਬੁਲਾਇਆ ਤੇ ਆਪਣੇ ਕੋਲ ਖੜੇ ਕਰਕੇ, ਮੇਰੇ ਤੀਨ ਦੁਨੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡਿਆਂ ਦੋਨਾਂ ਹੀ ਸਾਹਿਬਜ਼ਾਦਿਆਂ ਦੀ ਕੱਦ ਨਾਪ ਰਹੇ ਨੇ, ਕੱਦ ਨਾਪ ਰਹੇ ਨੇ, ਛਾਤੀਆਂ ਨਾਪ ਰਹੇ ਨੇ। ਤੇ ਛੋਟੇ ਸਾਹਿਬਜ਼ਾਦੇ ਦੋਨੋਂ ਹੀ ਜ਼ੋਰਾਵਰ ਤੇ ਫਤਿਹ ਸਿੰਘ, ਇਹਨਾਂ ਦੇ ਵੀ ਕੱਦ ਨਾਪ ਰਹੇ ਨੇ, ਇਹਨਾਂ ਦੀ ਲੰਬਾਈ ਨੂੰ ਨਾਪ ਰਹੇ ਨੇ। ਤੇ ਸਾਹਿਬਜ਼ਾਦਿਆਂ ਦੀ ਇੱਦਾਂ ਕੱਦ ਨਾਪਦਿਆਂ ਵੇਖ ਕੇ ਮਾਤਾ ਜੀਤੋ ਜੀ ਆਖਣ ਲੱਗੀ, ਮੈਂ ਤੇ ਸਵਾਲ ਮਹਾਰਾਜ ਇਹ ਕੀਤਾ ਸੀ ਕਿ ਤੁਸੀਂ ਕਿੱਥੇ ਵਿਆਹੁਣੇ ਨੇ, ਇਹਨਾਂ ਦੇ ਰਿਸ਼ਤੇ ਕਿੱਥੇ ਕਰਨੇ ਨੇ। ਚਾਰੇ ਫਰਜ਼ੰਦ ਮੇਰੇ ਹੋਏ ਨੇ ਜਵਾਨ, ਕਿੱਥੇ ਮੰਗਣੇ ਤੇ ਕਿੱਥੇ ਨੇ ਵਿਆਹੁਣੇ, ਦੱਸੋ ਜੀ ਮੈਨੂੰ ਸੱਚੇ ਪਾਤਸ਼ਾਹ। ਇਹ ਸਤਿਗੁਰੂ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੇ ਚਾਰੇ ਫਰਜ਼ੰਦ ਮੇਰੇ ਹੋਏ ਨੇ ਜਵਾਨ। ਕਹਿੰਦੇ ਇਹਨਾਂ ਨੂੰ ਮੈਂ ਵਾਰੀ ਵਾਰੀ, ਇਹਨਾਂ ਦੇ ਵਾਰੀ ਵਾਰੀ ਕਹਿੰਦੇ ਡੋਲੇ ਵਿਆਹੁਣ ਵਾਸਤੇ ਜਾਣਗੇ। ਦੋਨਾਂ ਦਾ ਤਾਂ ਬਣੂ ਗੰਗੂ ਪੰਡਤ ਵਿਚੋਲਾ, ਦੋ ਸਹਿਜ ਚਮਕੌਰ ਚ ਵਿਆਹੁਣੇ ਤੇ ਵਾਰੀ ਵਾਰੀ ਵਿਆਹੁਣ ਜਾਣਗੇ। ਇਕੱਠੇ ਕਰ ਲੈਣੇ ਵਿਆਹ ਤੇ ਮੁਕਲਾਵੇ ਤੇ ਵਾਰੀ ਵਾਰੀ ਵਿਆਹੁਣ ਜਾਣਗੇ। ਜਦੋਂ ਇਹ ਗੱਲ ਸੁਣੀ ਮਾਤਾ ਜੀਤੋ ਜੀ ਨੇ ਤੇ ਕਹਿੰਦੇ ਇਹ ਕੁਝ ਵਾਪਰੇਗਾ, ਇਹ ਕੁਝ ਹੋਵੇਗਾ। ਕਹਿੰਦੇ ਹਾਂ ਇਹ ਸਭ ਕੁਝ ਹੋਵੇਗਾ। ਤੇ ਕਹਿੰਦੇ ਇਹ ਕੁਝ ਤਾਂ ਮੈਂ ਵੇਖ ਨਹੀਂ ਸਕਾਂਗੀ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੀ ਕਿ ਤੁਸੀਂ ਵੇਖੋਗੇ ਵੀ ਨਹੀਂ। ਮਾਤਾ ਜੀਤੋ ਜੀ ਜਤੀ ਜੋਤ ਸਮਾ ਗਏ ਸੀ। ਤੇ ਪਿਆਰੇ, ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਚਮਕੌਰ ਦੀ ਗੜੀ ਯਾਦ ਆ ਜਾਂਦੀ ਹੈ, ਉਹਦੇ ਚਮਕੌਰ ਦੀ ਗੜੀ ਯਾਦ ਆ ਜਾਂਦੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਨਾਲ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ। ਜਿੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਇਹ ਬਚਨ ਪੂਰੇ ਕੀਤੇ, ਸਵਾ ਲੱਖ ਸੀ ਇੱਕ ਲੜਾਓ ਤਬੈ ਗੋਬਿੰਦ ਸਿੰਘ ਨਾਮ ਕੋ ਚਿੜੀਆਂ ਸੀ ਮੈਂ ਬਾਜ਼ ਚੜਾਉ। ਕਹਿੰਦੇ ਸਵਾ ਲੱਖ ਦੇ ਨਾਲ ਇੱਕ ਦਾ ਮੁਕਾਬਲਾ ਮੇਰੇ ਸਤਿਗੁਰਾਂ ਨੇ ਇੱਥੇ ਕਰਾਇਆ। ਛਿਆਂ ਦਾ ਜਥਾ ਜਾਂਦਾ ਸੀ। ਪਿਆਰਿਓ, ਤਕਸੀਮ ਕਰਕੇ ਵੇਖ ਲਓ, ਮੇਰੇ ਕਲਗੀਆਂ ਵਾਲੇ ਨੇ ਸਵਾ ਲੱਖ ਦੇ ਨਾਲ ਇੱਕ ਨੂੰ ਲੜਾਇਆ। ਕਿੱਥੇ ਕਿਤਨੀ ਫੌਜ ਦਾ 10 ਲੱਖ ਦਾ ਘੇਰਾ ਪਿਆ ਹੋਇਆ ਤੇ ਇਸ ਫੌਜ ਨੂੰ ਸ਼ਿਕਸਤ ਦੇਣ ਵਾਸਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਲਖਤੇ ਜਿਗਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ ਪਿਆਰਿਆਂ ਦੇ ਵਿੱਚੋਂ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਿਆਰੀ, ਜਦੋਂ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਸਤਿਗੁਰਾਂ ਦੇ ਕੋਲ ਆਗਿਆ ਮੰਗ ਕੇ ਜੰਗ ਦੇ ਵਿੱਚ ਗਿਆ, ਇਹ ਪਤਾ ਨਹੀਂ ਲੱਖਾਂ ਨੂੰ ਮਾਰ ਕੇ ਸ਼ਹੀਦੀ ਦਾ ਜਾਮ ਪੀ ਗਿਆ, ਸ਼ਹੀਦੀ ਦਾ ਜਾਮ ਪੀ ਗਿਆ। ਤੇ ਉਸ ਵੇਲੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕੀ ਗੱਲ ਆਖੀ, ਪਿਤਾ ਗੁਰਦੇਵ, ਮੈਂ ਤੁਹਾਡੇ ਕੋਲੋਂ ਕਦੀ ਕੁਝ ਨਹੀਂ ਮੰਗਿਆ, ਇੱਕ ਮੇਰੀ ਤੇ ਬਖਸ਼ਿਸ਼ ਕਰੋ ਔਰ ਰਹਿਮਤ ਕਰੋ ਕਿ ਮੈਂ ਆਪਣੇ ਵੀਰ ਦੇ ਕੋਲ ਜਾਵਾਂ, ਮੈਨੂੰ ਵੀ ਜੰਗ ਦੇ ਵਿੱਚ ਭੇਜੋ।
मैं भी रण तत्ते मैदान दे विच जा करके शहीदी दा जाम पीवां, शहीदी दा जाम पीवां। प्यारे धन गुरु कलगीधर महाराज वर्गा कोई दुनिया दे विच कोई पैगंबर कोई औलिया। बड़ा सुंदर किसी ने कहा, कहते ऋषियों का रुतबा बढ़ाया गोबिंद सिंह, कहते ऋषियों का जे रुतबा बढ़ाया वड्डा कीता ते धन गुरु कलगीधर महाराज जियां ने होया ना किसी तू अगे वास्ते ना होने लगा, ऐसा कुछ करके विखाया दशमेश ने। ਇਹੋ ਜਿਹਾ ਕੁਝ ਕਰਕੇ ਵਿਖਾ ਦਿੱਤਾ ਕਿ ਜਿਹੜਾ ਨਾ ਕਿਸੇ ਕੋਲ ਹੋਵੇਗਾ, ਨਾ ਪਹਿਲੋਂ ਹੋਇਆ ਨਾ ਕਿਸੇ ਤੋਂ ਅੱਗੇ ਵਾਸਤੇ ਨਾ ਹੋਣ ਲੱਗਾ, ਐਸਾ ਕੁਝ ਵਾਰ ਕਰਕੇ ਦਿਖਾਇਆ ਦਸ਼ਮੇਸ਼ ਨੇ। ਇਹੋ ਜਿਹੇ ਪੂਰਨੇ ਪਾ ਦਿੱਤੇ ਜੋ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ। ਪਿਆਰਿਓ, ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ। ਜਦੋਂ ਪੁੱਤਰਾਂ ਦੀ ਗੱਲ ਆਉਂਦੀ ਹੈ, ਕਿਸੇ ਵੀ ਇਤਿਹਾਸ ਵੱਲ ਝਾਤੀ ਮਾਰ ਕੇ ਵੇਖ ਲਓ, ਭਾਵੇਂ ਹਿੰਦੂਆਂ ਦਾ ਇਤਿਹਾਸ ਭਾਵੇਂ ਮੁਸਲਮਾਨਾਂ ਦਾ ਇਤਿਹਾਸ, ਜਦੋਂ ਪੁੱਤਰ ਦੀ ਗੱਲ ਆਉਂਦੀ ਹੈ ਸ਼ਹੀਦੀ ਦੀ, ਸਾਰੇ ਰੋ ਪਏ। ਦਸ਼ਰਥ ਵਰਗੇ ਰੋ ਪਏ ਪਿਆਰਿਓ, ਜਦੋਂ ਸ੍ਰੀ ਰਾਮ ਚੰਦਰ ਜੀ ਨੂੰ ਬਨਵਾਸ ਕੀ ਮਿਲਿਆ ਸੀ, ਹਾਲੀ ਕਿ ਬਨਵਾਸ ਤੇ ਜਾਣਾ ਸੀ, ਤੇ ਪਿਆਰਿਓ ਅਰਜਨ ਵੀ ਰੋ ਪਿਆ ਸੀ। ਜਦੋਂ ਅਭਿਮਨੂ ਦੇ ਮਰਨ ਦੇ ਬਾਰੇ ਪਤਾ ਲੱਗਿਆ ਕਿ ਉਹਨਾਂ ਨੇ ਖਤਮ ਹੋ ਜਾਣਾ, ਉਹ ਵੀ ਰੋ ਪਿਆ। ਪਿਆਰਿਓ, ਧੰਨ ਗੁਰੂ ਕਲਗੀਧਰ ਮਹਾਰਾਜ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ। ਹੋਇਆ ਨਾ ਕਿਸੇ ਤੋਂ ਇਸ ਅੱਗੇ ਵਾਸਤੇ ਨਾ ਹੋਣ ਲੱਗਾ, ਐਸਾ ਕੁਝ ਕਰਕੇ ਵਿਖਾਇਆ ਦਸ਼ਮੇਸ਼ ਨੇ। ਇਹੋ ਜਿਹੇ ਪੂਰਨੇ ਪਾ ਦਿੱਤੇ। ਇਹ ਪਿਆਰੇ, ਜਦੋਂ ਵੱਡਾ ਪੁੱਤਰ ਸ਼ਹੀਦੀ ਦਾ ਜਾਮ ਪੀ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਫਿਰ ਪਿਤਾ ਦੀ ਕੋਲੋਂ ਆਗਿਆ ਮੰਗੀ। ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਆਪ ਤਿਆਰ ਕੀਤਾ, ਚੰਦ ਤੋੜਾ ਸਜਾਇਆ, ਕਿਰਪਾਨਾਂ ਪਹਿਨਾਈਆਂ, ਤਿਆਰ ਕਰਕੇ ਆਪ ਤੋਰਿਆ। ਤੇ ਨਾਲ ਇਹ ਗੱਲ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਆਖੀ ਜੁਝਾਰ ਸਿੰਘ ਨੂੰ, ਬੇਟਾ ਅੱਜ ਤੂੰ ਜਿਹੜਾ ਆਪ ਆਇਆ ਨਾ, ਆ ਕਰਕੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਕਿ ਮੈਂ ਜੰਗ ਦੇ ਵਿੱਚ ਜਾਣਾ ਚਾਹੁੰਦਾ। ਹੁਣ ਤੇਰੇ ਵਰਗੇ ਲੱਖਾਂ ਹੀ ਜੁਝਾਰ ਪੈਦਾ ਹੋਣਗੇ। ਉਹ ਪਿਆਰਿਓ, ਇਨ ਬਿਨ ਬਚਨ ਅੱਜ ਤੱਕ ਪੂਰੇ ਹੋ ਰਹੇ। ਧੰਨ ਗੁਰੂ ਕਲਗੀਧਰ ਮਹਾਰਾਜ ਦੇ ਲੱਖਾਂ ਜੁਝਾਰ ਪੈਦਾ ਹੋ ਰਹੇ ਨੇ। ਸ਼ਹੀਦੀਆਂ ਦੇ ਜਾਮ ਪੀ ਰਹੇ ਨੇ। ਸਾਹਿਬਜ਼ਾਦਾ ਜੁਝਾਰ ਸਿੰਘ ਜੀਆਂ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੇ ਨਾਲ ਗੁਰੂ ਹਰਿ ਰਾਏ ਮਹਾਰਾਜ ਜਿਨ੍ਹਾਂ ਦਾ ਗੁਰਤਾਪੁਰਬ ਮਨਾਇਆ ਜਾ ਰਿਹਾ। ਪਿਆਰਿਓ, ਧੰਨ ਗੁਰੂ ਹਰਿ ਰਾਏ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਪੋਤਰੇ ਪਿਆਰਿਓ, ਪੁੱਤਰਾਂ ਨੂੰ ਛੱਡ ਕੇ ਜਿਸ ਵੇਲੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤੇ ਜਿਤਨੇ ਸਾਰੇ ਸਨ ਇਹ ਵੇਖ ਰਹੇ ਸਨ। ਇਹ ਅਚੰਭਾ ਕਿ ਛੋਟੀ ਦੀ ਆਰਵਲਾ ਔਰ ਪੋਤਰੀ ਨੂੰ ਪਿਆਰ ਵੀ ਬਹੁਤ ਕਰਦੇ ਸਨ। ਹਰ ਵੇਲੇ ਨਾਲ ਰੱਖਣਾ, ਹਰ ਵੇਲੇ ਨਾਲ ਲੈ ਕੇ ਚੱਲਣਾ, ਗੋਦ ਦੇ ਵਿੱਚ ਬੈਠੇ ਹੋਇਆ ਕਰਦੇ ਸਨ। ਤੇ ਜਦੋਂ ਕਿਧਰੇ ਬਾਹਰ ਜਾਣਾ, ਨਾਲ ਪੋਤਰੀ ਨੂੰ ਲੈ ਕੇ ਜਾਣਾ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਹਿੰਦੇ ਇਤਨਾ ਕੋਮਲ ਹਿਰਦਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਪੋਤਰੀ ਗੁਰੂ ਹਰਿ ਰਾਏ ਮਹਾਰਾਜ ਜੀਆਂ ਦਾ ਇਤਨਾ ਕੋਮਲ ਹਿਰਦਾ। ਪਿਆਰਿਓ, ਤੁਰੇ ਜਾ ਰਹੇ ਨੇ, ਬਾਗ ਦੇ ਵਿੱਚੋਂ ਦੀ ਲੰਘਦਿਆਂ ਕੋਮਲ ਹਿਰਦੇ ਦੀ ਜਦੋਂ ਗੱਲ ਆਉਂਦੀ ਹੈ ਤੇ ਫੁੱਲ ਟੁੱਟ ਗਿਆ। ਚੋਗੇ ਦੇ ਨਾਲ ਫਸ ਕੇ, ਚੋਲੇ ਦੇ ਨਾਲ ਫਸ ਕੇ ਜਿਸ ਵੇਲੇ ਫੁੱਲ ਟੁੱਟ ਗਿਆ ਤੇ ਮਨ ਦੇ ਵਿੱਚ ਬਹੁਤ ਬੜਾ ਵੈਰਾਗ ਉੱਚੀ ਰੁਕ ਗਈ। ਦਾਦਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੀ, ਬੇਟਾ ਕੀ ਗੱਲ, ਕਿਉਂ ਰੁਕ ਗਿਆ? ਦਾਦਾ ਗੁਰਦੇਵ, ਮੇਰੇ ਕੋਲੋਂ ਫੁੱਲ ਟੁੱਟ ਗਿਆ, ਚੋਲੇ ਦੇ ਨਾਲ ਫਸ ਗਿਆ, ਫੁੱਲ ਤੇ ਟੁੱਟ ਗਿਆ।
ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਉਸ ਵੇਲੇ ਇਹ ਗੱਲ ਆਖੀ, ਬੇਟਾ ਜੇ ਕਿਧਰੇ ਕਹਿੰਦੇ ਚੋਲੇ ਵੱਡੇ ਬਣਵਾਈਏ ਤੇ ਇਹਨਾਂ ਨੂੰ ਸਾਂਭ ਕੇ ਵੀ ਰੱਖੀਏ। ਇਹ ਪਿਆਰਿਓ ਸਾਰੀ ਉਮਰਾਂ ਹੀ ਗੁਰੂ ਹਰਿਰਾਏ ਮਹਾਰਾਜ ਜੀਆਂ ਨੇ ਆਪਣੇ ਚੋਲੇ ਨੂੰ ਫੜ ਕੇ ਰੱਖਣਾ, ਹਮੇਸ਼ਾ ਹੀ ਬਚਨ ਸਤਿਗੁਰਾਂ ਦੇ ਪੂਰੇ ਕਮਾਏ। ਪਿਆਰਿਓ ਇਤਨਾ ਪਿਆਰ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਪੋਤਰੇ ਨੂੰ ਕਰਦੇ ਸਨ। ਨਾਲ ਲੈ ਕੇ ਜਾਣਾ, ਇੱਕ ਵਾਰੀ ਵੇਖਿਆ ਕਹਿੰਦੇ ਇੱਕ ਸੱਪ ਬਹੁਤ ਵੱਡਾ ਜਿਸ ਨੂੰ ਕੀੜੇ ਖਾ ਰਹੇ ਸਨ, ਤੇ ਵੇਖ ਕੇ ਦਾਦਾ ਗੁਰਦੇਵ ਨੂੰ ਕਹਿੰਦੇ, ਪਿਤਾ ਗੁਰਦੇਵ ਆਹ ਸੱਪ ਦਾ ਵੇਖੋ ਕੀ ਹਾਲ ਹੋ ਰਿਹਾ, ਇਹਨੂੰ ਕਿਰਮ ਖਾਈ ਜਾ ਰਹੇ ਨੇ, ਇਹਦੀ ਕਿਤਨੀ ਬੁਰੀ ਹਾਲਤ ਹੈ, ਇਸ ਦੀ ਕਿਤਨੀ ਬੁਰੀ ਹਾਲਤ ਹੈ। ਤੇ ਸਤਿਗੁਰਾਂ ਨੇ ਇਹ ਗੱਲ ਆਖੀ, ਬੇਟਾ ਇਹ ਮਸੰਦ ਸੀ, ਇਹ ਇੱਕ ਮਸੰਦ ਸੀ, ਗੁਰੂ ਘਰ ਦੀ ਮਾਇਆ ਇਸਨੇ ਬੜੀ ਖਾਧੀ, ਗੁਰੂ ਘਰ ਦੀ ਮਾਇਆ ਇਸਨੇ ਬਹੁਤ ਖਾਧੀ। ਤੇ ਫਿਰ ਵੇਖੋ ਇਹਦਾ ਹਾਲ ਹੁਣ ਕੀ ਹੋਇਆ, ਇਹਦਾ ਹਾਲ ਹੁਣ ਕੀ ਹੋਇਆ। ਕਹਿੰਦੀ ਇਸਨੇ ਆਪਣੇ ਚੇਲੇ ਬੜੇ ਬਣਾਏ ਹੋਏ ਸਨ, ਆਪਣੇ ਚੇਲੇ ਬੜੇ ਬਣਾਏ ਹੋਏ ਸਨ, ਗੁਰੂ ਦੇ ਨਾਲ ਨਹੀਂ ਸੀ ਜੋੜਦਾ, ਆਪਣੇ ਨਾਲ ਜੋੜਦਾ ਸੀ, ਗੁਰੂ ਦੇ ਨਾਲ ਨਹੀਂ ਸੀ ਜੋੜਦਾ, ਇਹ ਆਪਣੇ ਨਾਲ ਜੋੜਦਾ ਸੀ। ਕਹਿੰਦੇ ਨਾ ਤੇ ਇਹ ਆਪ ਮੁਖ ਧੋਇਆ ਤੇ ਨਾ ਇਸ ਦੇ ਚੇਲੇ, ਕਹਿੰਦੇ ਆ ਇਸ ਦੇ ਚੇਲੇ ਨੇ, ਕਹਿੰਦੇ ਜਿਹੜੇ ਕੀੜੇ ਬਣੇ ਹੋਏ ਨੇ। ਪਿਆਰਿਓ ਗੁਰੂ ਤੋਂ ਸਭ ਤੋਂ ਵੱਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਦੇ ਲੜ ਲੱਗਣਾ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਲੜ ਲਗੀ, ਕਿਧਰੇ ਦੂਸਰੇ ਭੇਖੇ ਗੁਰੂਆਂ ਦੇ ਮਗਰ ਨਾ ਲੱਗੀ। ਇਹੋ ਹਾਲ ਹੋਵੇਗਾ, ਇਹੋ ਹਾਲ ਹੋ ਗਿਆ, ਕਿਉਂਕਿ ਉਹ ਆਪ ਵੀ ਮੁਕਤ ਨਹੀਂ ਹੁੰਦੇ ਤੇ ਦੂਸਰਿਆਂ ਨੂੰ ਮੁਕਤ ਹੋਣਾ ਕਿੱਥੋਂ ਕਰਨਾ, ਦੂਸਰਿਆਂ ਨੂੰ ਮੁਕਤ ਕਰਨ ਦੀ ਉਹਨਾਂ ਦੇ ਕੋਲ ਸਮਰੱਥਾ ਹੀ ਕੋਈ ਨਹੀਂ। ਤੇ ਗੁਰੂ ਹਰਿਰਾਏ ਮਹਾਰਾਜ ਜੀਆਂ ਨੂੰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਆ ਵੇਖਿਆ, ਪਿਆਰਿਓ ਬਾਕੀ ਲੋਕਾਂ ਦੀ ਗੱਲ ਛੱਡੋ, ਮਾਤਾ ਨਾਨਕੀ ਜੀ ਨੇ ਮਨ ਅੰਦਰ ਬੜਾ ਵੈਰਾਗ, ਮਨ ਅੰਦਰ ਬੜਾ ਵੈਰਾਗ, ਤੇ ਇਹ ਗੱਲ ਕਹਿ ਦਿੱਤੀ। ਇੱਕ ਦਿਨ ਲੰਗਰ ਪ੍ਰਸ਼ਾਦਾ ਛਕਦਿਆਂ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਲੰਗਰ ਪ੍ਰਸ਼ਾਦਾ ਛਕ ਰਹੇ ਸਨ, ਤੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਬਹੁਤ ਕਹਿੰਦੇ ਪਿਆਰ ਕਰਦੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਤੁਹਾਡੇ ਛੋਟੇ ਪੁੱਤਰ ਹਨ, ਪਰ ਗੁਰਤਾ ਗੱਦੀ ਤੇ ਵਿਰਾਜਮਾਨ ਕਰ ਦਿੱਤਾ ਆਪਣੇ ਪੋਤਰੇ ਨੂੰ। ਮਨ ਦੇ ਅੰਦਰ ਵੈਰਾਗ, ਮਨ ਦੇ ਅੰਦਰ ਵਿਰਹ, ਇਹ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ। ਪਿਆਰਿਓ ਲੰਗਰ ਪ੍ਰਸ਼ਾਦਾ ਛਕਦਿਆਂ ਜਦੋਂ ਲੰਗਰ ਪ੍ਰਸ਼ਾਦਾ ਛਕ ਕੇ ਹੱਥ ਸੱਚੇ ਕੀਤੇ ਤੇ ਰਮਾਲ ਹੱਥ ਦੇ ਵਿੱਚ ਫੜਿਆ ਹੋਇਆ ਸੀ, ਰਮਾਲ ਨੂੰ ਤਹਿ ਲਾਉਂਦਿਆਂ ਮਾਤਾ ਨਾਨਕੀ ਦੀ ਝੋਲੀ ਦੇ ਵਿੱਚ ਪਾ ਦਿੱਤਾ, ਤੇ ਇਹ ਗੱਲ ਕਹਿ ਦਿੱਤੀ, ਤੁਹਾਡਾ ਪੁੱਤਰ ਵੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਵੇਗਾ। ਗੁਰੂ ਹਰਿਰਾਏ ਮਹਾਰਾਜ ਜੀ ਦੀਆਂ ਕਿਤਨੀਆਂ ਕੁ ਬਖਸ਼ਿਸ਼ਾਂ, ਕਿਤਨਾ ਕੋਮਲ ਹਿਰਦਾ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਬਹੁਤ ਕੀਤੀਆਂ। ਜੇ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ, ਪਿਆਰਿਓ ਉਸ ਦੀ ਬਿਮਾਰੀ ਨੂੰ ਵੀ ਦੂਰ ਕੀਤਾ, ਜਿਸ ਦਾ ਵੀ ਦੁੱਖ ਸੁਣਿਆ ਉਸ ਦਾ ਦੁੱਖ ਦੂਰ ਕੀਤਾ। ਜਿੱਥੇ ਪਿਆਰਿਓ ਉਸ ਮਾਲਕ ਦੀ ਚਰਨਾਂ ਦੇ ਵਿੱਚ ਦੁਆ ਕਰਦੇ ਸਨ, ਤੇ ਨਾਲ ਦਵਾਖਾਨਾ ਵੀ ਖੋਲ੍ਹਿਆ ਹੋਇਆ ਸੀ ਦੁਖੀਆਂ ਦੇ ਦੁੱਖ ਹਰਨ ਵਾਸਤੇ। ਜਿੱਥੇ ਉਸ ਮਾਲਕ ਦੇ ਚਰਨਾਂ ਦੇ ਨਾਲ ਜੋੜਦੇ ਸਨ, ਤੇ ਨਾਲ ਦਵਾਖਾਨਾ ਵੀ ਗੁਰੂ ਹਰਿਰਾਏ ਮਹਾਰਾਜ ਜੀ ਨੇ ਬਹੁਤ ਵੱਡਾ ਖੋਲ੍ਹਿਆ ਹੋਇਆ ਸੀ ਦੁਖੀਆਂ ਦੀ ਦੁੱਖ ਹਰਨ ਵਾਸਤੇ। ਤੇ ਪਿਆਰੇ ਸੂਰਜਮਲ ਦੀ ਮਾਤਾ ਜੀ ਨੇ, ਉਹਨਾਂ ਨੇ ਵੀ ਮਨ ਦੇ ਵਿੱਚ ਦੁੱਖ ਮਨਾਇਆ ਕਿ ਗੁਰਤਾ ਕਦੀ ਦੇ ਦਿੱਤੀ ਪੋਤਰੇ ਨੂੰ, ਪੁੱਤਰ ਵੱਡਾ ਵੀ ਰਹਿ ਗਿਆ, ਪੁੱਤਰ ਛੋਟਾ ਵੀ ਰਹਿ ਗਿਆ, ਤੇ ਗੁਰਤਾ ਕਦੀ ਪੋਤਰੇ ਨੂੰ ਦੇ ਦਿੱਤੀ। ਪਿਆਰੋ ਇਤਰਾਜ਼ ਕਰਕੇ ਸੂਰਜਮਲ ਨੂੰ ਨਾਲ ਲੈ ਕੇ ਤੇ ਰਥ ਦੇ ਉੱਤੇ ਸਮਾਨ ਲੈ ਕੇ ਤੁਰ ਪਏ ਬਾਹਰ। ਉਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਆਖਿਆ ਬਾਬਾ ਬੁੱਢਾ ਜੀ ਨੂੰ, ਕਹਿੰਦੇ ਇਹਨਾਂ ਨੂੰ ਬੁਲਾ ਕੇ ਲੈ ਕੇ ਆਓ ਵਾਪਸ।
ਇਹਨਾਂ ਨੂੰ ਬੁਲਾ ਕੇ ਵਾਪਸ ਲੈ ਕੇ ਆਓ। ਜਦੋਂ ਬੁਲਾ ਕੇ ਵਾਪਸ ਲੈ ਕਰਕੇ ਆਏ ਨੇ ਤੇ ਸੂਰਜ ਵੱਲ ਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਬੇਟਾ ਤੁਸੀਂ ਗੁੱਸਾ ਕਰਕੇ ਜਾ ਰਹੇ ਹੋ, ਤੁਹਾਨੂੰ ਕੀ ਚਾਹੀਦਾ? ਤੁਹਾਨੂੰ ਕੀ ਚਾਹੀਦਾ ਹੈ? ਗੁਰਤਾ ਗਦੀ ਚਾਹੀਦੀ ਹੈ। ਤੇ ਹੱਥ ਜੁੜ ਗਏ ਸੂਰਜ ਮੱਲ ਦੇ, ਹੱਥ ਜੁੜ ਕੇ ਸੂਰਜ ਮੱਲ ਦੇ ਆਖਣ ਲੱਗੀ, ਪਿਤਾ ਗੁਰਦੇਵ, ਮੈਂ ਤੇ ਮਾਤਾ ਜੀ ਦੇ ਕਹਿਣ ਤੇ ਚਲਿਆ ਗਿਆ ਸੀ, ਮੈਨੂੰ ਕੁਝ ਨਹੀਂ ਚਾਹੀਦਾ। ਇਹ ਸਾਰੀਆਂ ਬਖਸ਼ਿਸ਼ਾਂ ਤੁਹਾਡੀਆਂ ਨੇ, ਸਾਰੀਆਂ ਰਹਿਮਤਾਂ ਤੁਹਾਡੀਆਂ ਹੀ ਕੀਤੀਆਂ ਹੋਈਆਂ। ਬੇਟਾ ਫਿਰ ਵੀ ਕੁਝ ਮੰਗ ਲੈ, ਕੁਝ ਮੰਗ ਲੈ। ਜਦੋਂ ਸੂਰਜ ਮੱਲ ਨੇ ਇਹ ਗੱਲ ਵੇਖੀ ਕਿ ਦੀਨ ਦੁਨੀ ਦੇ ਮਾਲਕ ਬਖਸ਼ਿਸ਼ਾਂ ਕਰ ਰਹੇ ਤੇ ਕਹਿੰਦੇ, ਸਿੱਖੀ ਬਖਸ਼ਿਸ਼ ਕਰੋ ਮਹਾਰਾਜ, ਮੈਨੂੰ ਸਿੱਖੀ ਬਖਸ਼ਿਸ਼ ਕਰੋ। ਇਹ ਗੁਰਤਾ ਗੱਦੀ ਦਾ ਭਾਰ ਮੈਂ ਨਹੀਂ ਝੱਲ ਸਕਦਾ, ਇਹ ਗੁਰਤਾ ਗੱਦੀ ਦਾ ਭਾਰ ਮੈਂ ਨਹੀਂ ਝੱਲ ਸਕਦਾ, ਮੈਨੂੰ ਸਿੱਖੀ ਬਖਸ਼ਿਸ਼ ਕਰੋ। ਇਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕੀਤੀ, ਬੇਟਾ ਤੁਸੀਂ ਬਹੁਤ ਵਧੂ ਫੁੱਲੋਗੇ, ਤੁਹਾਡਾ ਮਾਣ ਸਤਿਕਾਰ ਜਿਹੜਾ ਹੈ ਗੁਰੂ ਸਾਹਿਬਾਨਾਂ ਵਾਂਗ ਹੀ ਹੋਵੇਗਾ, ਤੁਹਾਡੀ ਬਾਗ ਫੁਲਵਾੜੀ ਬਹੁਤ ਵਧੇ ਫੁੱਲੇਗੀ। ਤੁਸੀਂ ਸਿੱਖੀ ਮੰਗੀ ਹੈ ਪਿਆਰੋ, ਸਿੱਖੀ ਖੰਡਿਓ ਤਿੱਖੀ, ਏਤਮਾਰ ਜਾਣਾ। ਸਿੱਖੀ ਬੜੀ ਹੀ ਅਮੋਲਕ ਹੈ। ਜਦੋਂ ਵੀ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਤੇ ਇਸ ਗੱਲ ਨੂੰ ਯਾਦ ਰੱਖੀਏ, ਗੁਰੂ ਦੇ ਦਰ ਤੋਂ ਕੀ ਮੰਗਣਾ ਹੈ? ਨਾਮ ਮੰਗਣਾ ਸਤਿਗੁਰ ਦੇ ਦਰ ਤੋਂ, ਤੇ ਸਿੱਖੀ ਮੰਗਣੀ। ਵਾਹਿਗੁਰੂ ਜੀ ਸਾਡੇ ਤੇ ਇਹ ਬਖਸ਼ਿਸ਼ ਕਰੋ, ਸਿੱਖਾਂ ਨੂੰ ਸਿੱਖੀ ਦਾ ਕੇਸ਼ ਦਾ। ਜਦੋਂ ਅਰਦਾਸ ਦੇ ਵਿੱਚ ਵੀ ਇਹ ਗੱਲ ਕਹਿੰਦੇ ਆ, ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਬਖਸ਼ਿਸ਼ ਕਰੋ, ਤੇ ਸਿੱਖੀ ਮੰਗੀਏ, ਨਾਮ ਮੰਗੀਏ ਉਸ ਮਾਲਕ ਦੇ ਦਰ ਦੇ ਉਤੋਂ। ਤੇ ਆਓ ਜੋ ਪਾਵਨ ਪਵਿੱਤਰ ਹੁਕਮਨਾਮਾ ਹੈ ਪਿਆਰਿਓ, ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜਨਮ ਦਿਹਾੜੇ ਦੇ ਤੇ ਗੁਰੂ ਹਰਿਰਾਏ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ ਪਿਆਰਿਓ। ਜਦੋਂ ਮੁਬਾਰਕ ਕੋਈ ਗੁਰਪੁਰਬ ਹੁੰਦੇ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਕਮ ਸੇ ਕਮ ਹਾਜ਼ਰੀਆਂ ਸਤਿਗੁਰ ਦੇ ਦਰ ਤੇ ਲਵਾਇਆ ਕਰੀਏ। ਅੱਗੋਂ ਪਿੱਛੋਂ ਤੇ ਸਾਡੇ ਕੋਲ ਕਈ ਬਹਾਨੇ ਹੁੰਦੇ ਨੇ, ਪਰ ਜਦੋਂ ਗੁਰੂ ਸਾਹਿਬਾਨਾਂ ਦੀ ਪੁਰਬ ਹੋਇਆ ਕਰਦੇ ਨੇ ਤੇ ਉਸ ਟਾਈਮ ਤੇ ਹਾਜ਼ਰੀਆਂ ਲਵਾਈਏ, ਗੁਰੂ ਦੇ ਦਰ ਤੋਂ ਖੁਸ਼ੀਆਂ ਲਈਏ, ਵਧਾਈਆਂ ਦਾ ਸਮਾਂ ਹੈ। ਸਤਿਗੁਰ ਦੇ ਬਖਸ਼ਿਸ਼ ਜੋ ਹੁਕਮਨਾਮਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਦਰ ਤੋਂ, ਉਸ ਦੇ ਨਾਲ ਵੀ ਜੁੜਨਾ ਕਰੀਏ। ਜੋ ਸਤਿਗੁਰੂ ਬਖਸ਼ਿਸ਼ ਸਾਡੇ ਦੀ ਕਰ ਰਹੇ ਨੇ, ਸਾਡੇ ਤੇ ਰਹਿਮਤ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਧੁੱਪ ਦੇ। ਸੋਰਠ ਰਾਗ ਦੇ ਵਿੱਚ ਇਹ ਜੋ ਸ਼ਬਦ ਉਚਾਰਨ ਕੀਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਰਸਨਾ ਤੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਡੇ ਤੇ। ਇਹ ਜੋ ਸ਼ਬਦ ਹੈ 617 ਅੰਗ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸ਼ੋਭਾਇਮਾਨ ਹੈ। ਸੋਰਠ ਰਾਗ ਦੇ ਵਿੱਚ ਸਤਿਗੁਰਾਂ ਨੇ ਇਸ ਸ਼ਬਦ ਨੂੰ ਗਾਉਣ ਦੀ ਤਾਕੀਦ ਕੀਤੀ ਹੈ। ਦੋ ਪਦੇ ਤੋਂ ਭਾਵ ਹੈ, ਦੋ ਪਦਿਆਂ ਦਾ ਇਹ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ, ਵਰਨਾ ਉਸ ਦੀ ਪ੍ਰਾਪਤੀ ਨਹੀਂ। ਹੋਰ ਕਿਸੇ ਯਤਨ ਦੇ ਨਾਲ ਨਹੀਂ, ਗੁਰੂ ਦੀ ਬਖਸ਼ਿਸ਼ ਦੀ ਪਾਤਰ ਬਣਨਾ ਪਵੇਗਾ। ਪਹਿਲੋਂ ਗੁਰੂ ਦੀ ਰਹਿਮਤ ਲੈ ਲਵਾਂਗੇ ਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਘਿਆ। ਕਹਿੰਦੇ ਜਿਤਨੀ ਵੀ ਬਨਸਪਤੀ ਹੈ ਪਿਆਰਿਓ, ਜਿਤਨੀ ਵੀ ਬਨਸਪਤੀ ਹੈ, ਇਹ ਸਾਰੀ ਦੇ ਵਿੱਚ ਅੱਗ ਹੈ। ਜਿਤਨੇ ਰੁੱਖ ਨੇ, ਜਿਤਨੇ ਦਰਖਤ ਨੇ, ਇਹਨਾਂ ਸਾਰਿਆਂ ਦੇ ਵਿੱਚ ਅੱਗ ਹੈ, ਪਰ ਅੱਗ ਦਿਖਾਈ ਨਹੀਂ ਦਿੰਦੀ। ਸਗਲ ਬਸੰਤਰ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਘਿਆ। ਦੁੱਧ ਕਹਿੰਦੇ ਕਿਸੇ ਦਾ ਵੀ ਹੋਵੇ, ਕਿਸੇ ਵੀ ਕਿਸਮ ਦਾ ਹੋਵੇ, ਤੇ ਦੁੱਧ ਦੇ ਵਿੱਚ ਘਿਓ ਜ਼ਰੂਰ ਹੁੰਦਾ। ਦੁੱਧ ਦੇ ਵਿੱਚ ਘਿਓ ਜ਼ਰੂਰ ਹੁੰਦਾ, ਦੁੱਧ ਕਿਸੇ ਦਾ ਵੀ ਹੋਵੇ। ਜਿਸ ਤਰ੍ਹਾਂ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਉਹ ਅੱਗ ਪ੍ਰਗਟ ਕਰਨ ਦੇ ਵਾਸਤੇ ਪਿਆਰੇ ਸਾਨੂੰ ਯਤਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ
ਦੁੱਧ ਦੇ ਵਿੱਚ ਮੱਖਣ ਤੇ ਹੈ, ਘਿਓ ਤੇ ਹੈ, ਪਰ ਉਹਨੂੰ ਪ੍ਰਤੱਖ ਕਰਨ ਵਾਸਤੇ ਯਤਨ ਕਰਨਾ ਪੈਂਦਾ ਹੈ। ਉਹਦੇ ਵਾਸਤੇ ਸਾਨੂੰ ਕੁਝ ਤਰੱਦਦ ਕਰਨਾ ਪੈਂਦਾ ਤਾਂ ਜੋ ਪ੍ਰਾਪਤੀ ਹੁੰਦੀ ਹੈ। ਬਗਦਾਦ ਦੇ ਪੀਰ ਨੇ ਸਤਿਗੁਰਾਂ ਤੇ ਸਵਾਲ ਕੀਤਾ ਸੀ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ। ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਨਾਲ ਬਗਦਾਦ ਦੇ ਪੀਰ ਦੀ ਮਿਲਣੀ ਹੋਈ ਤੇ ਆਖਣ ਲੱਗੀ, ਮੇਰੇ 3 ਸਵਾਲ ਹਨ। ਜਦੋਂ ਸਤਿਗੁਰਾਂ ਨੇ ਪਤਾਲ ਤੇ ਆਕਾਸ਼ ਲੱਖਾਂ ਦਿਖਾਏ ਨੇ, ਵੀਰ ਕਹਿੰਦੇ ਮੇਰੇ ਇਹ 3 ਸਵਾਲ ਨੇ। ਇਹ ਸਵਾਲ ਮੇਰੇ ਜ਼ਿਹਨ ਦੇ ਵਿੱਚ ਹਰ ਵੇਲੇ ਘੁੰਮਦੇ ਰਹਿੰਦੇ ਨੇ। ਮੈਂ ਇਹਨਾਂ ਦੀ ਨਿਵਰਤੀ ਕਰਨੀ ਚਾਹੁੰਦਾ, ਇਹਨਾਂ ਦੀ ਨਿਵਰਤੀ ਕਰਨੀ ਚਾਹੁੰਦਾ। ਮੇਰੇ ਸਵਾਲਾਂ ਦੇ ਜਵਾਬ ਸਤਿਗੁਰੂ ਜੀ ਦਿਓ। ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਆਖਿਆ, ਕੀ ਸਵਾਲ ਹੈ? ਪਹਿਲੇ ਹੀ ਕਿ ਰੱਬ ਹੈ, ਉਹ ਕਿੱਥੇ ਰਹਿੰਦਾ ਤੇ ਉਹ ਕੀ ਕਰਦਾ ਹੈ? ਕਹਿੰਦੀ ਰੱਬ ਹੈ, ਕਿੱਥੇ ਰਹਿੰਦਾ ਤੇ ਉਹ ਕੀ ਕਰਦਾ? ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਪੀਰ ਨੂੰ, ਬਗਦਾਦ ਦੇ ਪੀਰ ਨੂੰ ਇਹ ਗੱਲ ਆਖੀ, ਇੱਕ ਥਾਲ ਪਹਿਲੋਂ ਮੰਗਾਓ ਜਿਹਦੇ ਦੇ ਵਿੱਚ ਹੀਰੇ ਰੱਖੇ ਹੋਣ, ਜਿਹਦੇ ਵਿੱਚ ਹੀਰੇ ਰੱਖੇ ਹੋਣ। ਹੁਣ ਪੀਰ ਦੇ ਮਨ ਦੇ ਵਿੱਚ ਆਇਆ ਕਿ ਸਤਿਗੁਰੂ ਨਾਨਕ ਪਾਤਸ਼ਾਹ ਸ਼ਾਇਦ ਲਾਲਚ ਵਸ ਹੋ ਕਰਕੇ ਹੀਰੇ ਮੰਗਵਾ ਰਹੇ ਨੇ ਮੇਰੇ ਕੋਲ ਥਾਲ ਦੇ ਵਿੱਚ। ਕਹਿੰਦੇ ਥਾਲ ਦੇ ਵਿੱਚ ਹੀਰੇ ਰੱਖੇ। ਹੀਰੇ ਜਿਸ ਵੇਲੇ ਰੱਖੇ ਤੇ ਕਹਿੰਦੇ ਇਹਨਾਂ ਦੀ ਗਿਣਤੀ ਕਰੋ। ਗਿਣਤੀ ਕਰਨ ਲੱਗੇ, 1 2 3 ਤੇ ਉਸੇ ਵੇਲੇ ਹੱਥ ਫੜ ਲਿਆ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ। ਆਖਣ ਲੱਗੇ ਤੂੰ ਗਿਣਤੀ ਗਲਤ ਕਰ ਲਿਆ। ਕਹਿੰਦੇ ਇਸ ਵਿੱਚ ਗਿਣਤੀ ਗਲਤ ਕਿਹੜੀ ਹੋਈ? 1 2 3 ਤੱਕ ਮੈਂ ਗਿਣਤੀ ਕੀਤੀ ਹੈ ਤੇ ਤੁਸੀਂ ਆਖਿਆ ਗਿਣਤੀ ਗਲਤ ਹੈ। ਇਹਦੇ ਵਿੱਚ ਕਿਹੜੀ ਉਕਾਈ ਹੈ, ਕਿਹੜੀ ਗਲਤੀ ਹੈ? ਫਿਰ ਦੂਸਰੀ ਵਾਰ ਕਹਿੰਦੀ ਹੁਣ ਫੇਰ ਗਿਣਤੀ ਕਰੋ। ਕਹਿੰਦੇ 1 2 ਜਿਸ ਵੇਲੇ ਇਹ ਗੱਲ ਆਖੀ ਫੇਰ ਬਾਂਹ ਫੜ ਲਈ। ਕਹਿੰਦੇ ਤੁਸੀਂ ਫੇਰ ਗਲਤ ਪੜਿਆ। ਕਹਿੰਦੇ ਇਸ ਦੇ ਵਿੱਚ ਮੈਂ ਕਿਹੜੀ ਗਲਤੀ ਕੀਤੀ ਹੈ? ਸੱਚ ਗੱਲ ਹੈ ਪਿਆਰਿਓ, ਮਨੁੱਖ ਇਹੋ ਸਮਝੇਗਾ ਜਿਹੜੀ ਮਨੁੱਖੀ ਮਨ ਦੀ ਸੋਚ ਹੈ ਇੱਥੋਂ ਤੱਕ ਹੀ ਹੈ। ਕਹਿੰਦੇ 1 ਤੇ 2 ਮੈਂ ਆਖਿਆ, ਇਹਦੇ ਵਿੱਚ ਕਿਹੜੀ ਗਲਤੀ ਹੈ? ਇਹਦੇ ਵਿੱਚ ਕਿਹੜਾ ਮੈਥਮੈਟਿਕਸ, ਕਿਹੜਾ ਕੋਈ ਹਿਸਾਬ ਆ, ਕਿਹੜਾ ਕੋਈ ਗੁਣਾ ਤਕਸੀਮ ਜਮਾ? ਇਹਦੇ ਵਿੱਚ ਤੇ ਕੁਝ ਵੀ ਨਹੀਂ ਆ। 1 ਤੇ 2 ਮੈਂ ਆਖਿਆ ਤੇ ਇਹ ਤੁਸੀਂ ਆਖ ਰਹੇ ਹੋ ਇਹ ਵੀ ਗਲਤ ਹੈ। ਕਹਿੰਦੇ ਗਲਤ ਹੈ। ਕਹਿੰਦੇ ਹੁਣ ਫਿਰ ਤੁਸੀਂ ਮੈਨੂੰ ਇਹ ਗੱਲ ਇਸ ਤਰ੍ਹਾਂ ਕਰਨੀ, ਜਦੋਂ ਮੈਂ ਗਲਤ ਹੋਵਾਂ ਨਾ ਤੇ ਉਸੇ ਵੇਲੇ ਇਹ ਗੱਲ ਕਹਿ ਦੇਣੀ ਕਿ ਤੂੰ ਗਲਤ, ਮੇਰੀ ਬਾਤ ਉਸੇ ਵੇਲੇ ਫੜਨਾ। ਹਲੇ 1 ਆਖਿਆ ਤੇ ਮੇਰੇ ਸਤਿਗੁਰਾਂ ਨੇ ਬਾਂਹ ਤੋਂ ਫੜ ਲਿਆ। ਕਹਿੰਦੇ ਤੂੰ ਇੱਥੇ ਹੀ ਗਲਤ ਹੈ। ਕਹਿੰਦੇ ਇੱਥੇ ਹੀ ਗਲਤ ਹੈ। ਹੁਣ ਪੀਰ ਵੀ ਬੜਾ ਹੈਰਾਨ, ਪੀਰ ਵੀ ਬੜਾ ਹੈਰਾਨ, ਮਨ ਵਿੱਚ ਸੋਚ ਰਿਹਾ ਕਿ ਸਤਿਗੁਰੂ ਨਾਨਕ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ, ਮੈਂ ਗਿਣਤੀ ਗਲਤ ਕਰਦਾ, ਹੁਣ ਮੈਂ ਕੀ ਸਮਝਾਂ? ਹਾਲੀ ਤੇ ਮੈਂ 1 ਬੋਲਿਆ, 1 ਹੀ ਲਫ਼ਜ਼ ਬੋਲਿਆ, ਕੁਝ ਵੀ ਗਲਤ ਨਹੀਂ ਬੋਲਿਆ। ਇਹ ਕਹਿੰਦੇ ਇਹੋ ਗਲਤ ਹੈ, ਇਹ ਵੀ ਕਹਿੰਦੀ ਗਲਤ ਹੈ। ਫਿਰ ਕਹਿੰਦੇ 1 ਤੋਂ ਪਹਿਲਾਂ ਕੀ ਸੀ? 1 ਤੋਂ ਪਹਿਲਾਂ ਕੀ ਸੀ? ਕਹਿੰਦੇ 1 ਤੋਂ ਪਹਿਲਾਂ ਤਾਂ ਹੈ ਹੀ ਕੁਝ ਨਹੀਂ। ਕਹਿੰਦੇ 1 ਤੋਂ ਪਹਿਲਾਂ ਤੇ ਹੈ ਹੀ ਕੁਝ ਨਹੀਂ। ਕਹਿੰਦੇ ਜਿਹੜਾ ਤੂੰ ਕਹਿੰਦਾ ਨਾ 1 ਤੋਂ ਪਹਿਲਾਂ ਹੈ ਹੀ ਕੁਝ ਨਹੀਂ, ਉਹ 1 ਅਕਾਲ ਪੁਰਖ ਪਹਿਲਾਂ ਵੀ ਸੀ। ਉਹ ਅਕਾਲ ਪੁਰਖ ਹੀ ਸੀ ਜਿਹੜਾ 1 ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਜਿਹਨੂੰ ਆਪਾਂ ਸ਼ੂਨੇ ਕਹਿੰਦੇ ਨੇ, ਕੁਝ ਵੀ ਨਹੀਂ, ਉਦੋਂ ਪਰਮੇਸ਼ਰ ਸੀ, ਉਦੋਂ ਪਰਮੇਸ਼ਰ ਸੀ। ਫਿਰ ਕਹਿੰਦੇ ਇਹ ਤੇ ਕਹਿੰਦੇ ਮੇਰੀ ਤਸੱਲੀ ਹੋ ਗਈ। ਇਹ ਤੇ ਜਵਾਬ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹ ਪਰਮੇਸ਼ਰ ਹੈ, ਉਹ ਪਰਮੇਸ਼ਰ ਹੈ। ਦੂਸਰਾ ਸਵਾਲ ਇਹ ਮੇਰਾ, ਉਹ ਕਿੱਥੇ ਰਹਿੰਦਾ? ਉਹ ਕਿੱਥੇ ਰਹਿੰਦਾ? ਫਿਰ ਹੁਣ ਕਹਿੰਦੇ ਪੀਰ ਜੀ ਤੁਹਾਨੂੰ ਦੁੱਧ ਦਾ ਕਟੋਰਾ ਲਿਆਉਣਾ ਪਵੇਗਾ। ਕਹਿੰਦੇ ਦੁੱਧ ਦਾ ਕਟੋਰਾ? ਕਹਿੰਦੇ ਸ਼ਾਇਦ ਸਤਿਗੁਰੂ ਨਾਨਕ ਪਾਤਸ਼ਾਹ ਦੂਰੋਂ ਚੱਲ ਕੇ ਆਏ ਨੇ, ਇਹਨਾਂ ਨੂੰ ਹੁਣ ਭੁੱਖ ਲੱਗੀ ਹੋਣੀ ਆ, ਇਸੇ ਕਰਕੇ ਦੁੱਧ ਵਾਸਤੇ ਕਹਿ ਰਹੇ ਨੇ। ਦੁੱਧ ਦਾ ਕਟੋਰਾ ਆ ਗਿਆ। ਜਦੋਂ ਦੁੱਧ ਦਾ ਕਟੋਰਾ ਆਇਆ ਤੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਦੁੱਧ ਦੇ ਵਿੱਚ ਕੁਝ ਹੈ, ਇਸ ਦੁੱਧ ਦੇ ਵਿੱਚ ਕੁਝ ਹੈ। ਕਹਿੰਦੇ ਜਿਹੜੇ ਲੈ ਕੇ ਆਏ ਸਨ ਨਾ ਮੁਰੀਦ ਪੀਰ ਦੇ, ਆਖਣ ਲੱਗੇ ਤੁਸੀਂ ਕੁਝ ਪਾਇਆ ਇਹਦੇ ਵਿੱਚ? ਕਹਿੰਦੇ ਨਹੀਂ, ਕੁਝ ਵੀ ਨਹੀਂ ਪਾਇਆ। ਕਹਿੰਦੇ ਕੋਈ ਸ਼ੱਕਰ, ਕੋਈ ਖੰਡ,
ਕਹਿੰਦੇ ਨਹੀਂ, ਕੁਝ ਵੀ ਨਹੀਂ ਪਾਇਆ, ਬਿਲਕੁਲ ਪਲੇਨ ਦੁੱਧ ਹੈ। ਇਹ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਇਹਦੇ ਵਿੱਚ ਕੁਝ ਹੈ, ਇਹਦੇ ਵਿੱਚ ਕੁਝ ਹੈ। ਕਹਿੰਦੇ ਜਿਹੜੇ ਮੁਰੀਦ ਲੈ ਕੇ ਆਏ ਨੇ ਉਹ ਕਹਿੰਦੇ ਦੁੱਧ ਦੇ ਵਿੱਚ ਪਾਇਆ ਕੁਝ ਨਹੀਂ, ਤੁਸੀਂ ਕਹਿੰਦੇ ਹੋ ਕੁਝ ਹੈ, ਇਹਦੇ ਵਿੱਚ ਹੈ ਕੀ? ਇਸ ਦੁੱਧ ਦੇ ਵਿੱਚ ਹੈ ਕੀ? ਕਹਿੰਦੇ ਇਸ ਦੁੱਧ ਦੇ ਵਿੱਚ ਹੈ ਮੱਖਣ, ਇਸ ਦੁੱਧ ਦੇ ਵਿੱਚ ਹੈ ਮੱਖਣ, ਇਸ ਦੁੱਧ ਦੇ ਵਿੱਚ ਹੈ ਘਿਓ। ਕਹਿੰਦੇ ਹਾਂ ਇਹ ਤੇ ਹੈ, ਪਰ ਕਹਿੰਦੇ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਮਸ਼ੱਕਤ ਕਰਨੀ ਪੈਂਦੀ ਹੈ। ਘੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਮੱਖਣ ਬਣਾਉਣਾ ਪੈਂਦਾ ਹੈ, ਪਹਿਲਾਂ ਉਸ ਨੂੰ ਰਿੜਕਣਾ ਪੈਂਦਾ ਹੈ, ਪਹਿਲਾਂ ਜਾਗ ਲਾਉਣਾ ਪੈਂਦਾ, ਜਾਗ ਲਾ ਕੇ ਫਿਰ ਦਹੀਂ ਬਣੇਗਾ, ਰਿੜਕਿਆ ਜਾਵੇਗਾ, ਮੱਖਣ ਬਣ ਜਾਵੇਗਾ, ਮੱਖਣ ਤੋਂ ਫਿਰ ਘਿਓ ਬਣ ਜਾਵੇਗਾ। ਪਰਮੇਸ਼ਰ ਇਸੇ ਤਰ੍ਹਾਂ ਹੀ ਕਹਿੰਦੇ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਹੈ, ਪਰ ਉਸ ਦੇ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ, ਯਤਨ ਕਰਨਾ ਪਵੇਗਾ ਪ੍ਰਗਟ ਕਰਨ ਵਾਸਤੇ। ਪਿਆਰੇ ਸਾਨੂੰ ਵੀ ਕਿਹੜਾ ਦਿਖਾਈ ਦਿੰਦਾ, ਸਾਨੂੰ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ, ਪਰ ਹੈ ਸਾਡੇ ਹਿਰਦੇ ਘਟ ਦੇ ਵਿੱਚ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹੈ ਰੰਗ ਰੰਗਨਾ। ਸਭ ਧਿਆਵੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਕਹਿੰਦੇ ਸਤਿਗੁਰੂ ਜੀ ਇਹ ਵੀ ਮੇਰੀ ਤਸੱਲੀ ਹੋ ਗਈ, ਆ ਦੂਸਰੇ ਸਵਾਲ ਦੀ ਵੀ ਤਸੱਲੀ ਹੋ ਗਈ। ਹੁਣ ਇੱਕ ਸਵਾਲ ਰਹਿ ਗਿਆ, ਕਹਿੰਦੇ ਉਹ ਪਰਮੇਸ਼ਰ ਕਰਦਾ ਕੀ ਹੈ, ਉਹ ਕੰਮ ਕੀ ਕਰਦਾ ਹੈ, ਉਹ ਕਰਦਾ ਕੀ ਹੈ, ਇਹ ਵੀ ਮੇਰੀ ਤਸੱਲੀ ਕਰਵਾ ਦਿਓ। ਇੱਕ ਸਵਾਲ ਰਹਿ ਗਿਆ। ਇਹ ਸਤਿਗੁਰੂ ਬੈਠੇ ਹੋਏ ਨੇ, ਇਹ ਪੀਰ ਫਿਰ ਕਹਿੰਦਾ ਮਹਾਰਾਜ ਮੇਰੇ ਸਵਾਲ ਦਾ ਜਵਾਬ ਦਿਓ। ਇੱਕ ਸਵਾਲ ਰਹਿ ਗਿਆ, ਇਸ ਦਾ ਜਵਾਬ ਦਿਓ। ਕਹਿੰਦੇ ਪੀਰ ਜੀ ਜਵਾਬ ਤੇ ਦੇ ਦਿਆਂਗੇ, ਪਰ ਤੁਸੀਂ ਆਸ ਜਗ੍ਹਾ ਤੋਂ ਉੱਠੋ, ਤੁਹਾਡੀ ਜਗ੍ਹਾ ਤੇ ਮੈਂ ਆਵਾਂਗਾ, ਫਿਰ ਮੈਂ ਜਵਾਬ ਦੇਵਾਂਗਾ। ਕਹਿੰਦੇ ਤੁਸੀਂ ਸਵਾਲ ਕਰਨ ਵਾਲੇ ਹੋ, ਤੁਸੀਂ ਸਵਾਲ ਕਰਨ ਵਾਲਾ ਸਵਾਲੀ ਜਿਹੜਾ ਉਹ ਥੱਲੇ ਹੋਇਆ ਕਰਦਾ, ਜਵਾਬ ਦੇਣ ਵਾਲਾ ਤਖਤ ਤੇ ਬੈਠੇ। ਕਹਿੰਦੇ ਮੈਨੂੰ ਤਖਤ ਤੇ, ਮੈਨੂੰ ਸਿੰਘਾਸਨ ਤੇ ਬਹਿ ਰਹਿਣ ਦਿਓ, ਮੈਂ ਤੁਹਾਡਾ ਜਵਾਬ ਜ਼ਰੂਰ ਦੇਵਾਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿਆਰਿਓ ਤਖਤ ਤੇ ਵਿਰਾਜਮਾਨ ਹੋ ਗਏ ਤੇ ਇਹ ਪੀਰ ਥੱਲੇ ਬੈਠ ਗਿਆ। ਇਹ ਪੀਰ ਥੱਲੇ ਬੈਠ ਗਿਆ। ਥੋੜੀ ਦੇਰ ਮੇਰੇ ਸਤਿਗੁਰੂ ਸਮਾਧੀ ਦੇ ਵਿੱਚ ਅਸਥਿਤ ਸਨ, ਬਿਲਕੁਲ ਅਡੋਲ ਸਮਾਧੀ ਦੇ ਵਿੱਚ। ਤੇ ਹੁਣ ਇਹ ਕਾਹਲਾ ਪੈ ਰਿਹਾ ਪੀਰ, ਮਹਾਰਾਜ ਮੈਨੂੰ ਤੇ ਉਠਾਲ ਦਿੱਤਾ, ਮੇਰੇ ਸਵਾਲ ਦਾ ਜਵਾਬ ਦਿਓ, ਮੈਨੂੰ ਸਵਾਲ ਦਾ ਜਵਾਬ ਚਾਹੀਦਾ। ਕਿਤੇ ਹਾਲੇ ਮਿਲਿਆ ਨਹੀਂ ਤੈਨੂੰ ਜਵਾਬ? ਕਹਿੰਦੇ ਨਹੀਂ, ਤੁਸੀਂ ਦੱਸਿਆ ਹੀ ਨਹੀਂ ਕੁਝ ਵੀ ਬੋਲ ਕੇ, ਦੱਸੋਗੇ ਬੋਲ ਕੇ ਮੈਨੂੰ ਪਤਾ ਲੱਗ ਜਾਵੇਗਾ ਉਹ ਪਰਮੇਸ਼ਰ ਕਰਦਾ ਕੀ ਹੈ। ਕਹਿੰਦੇ ਇਹੋ ਹੀ ਕੁਝ ਕਰਦਾ। ਉਹ ਕਹਿੰਦੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੀਆਂ ਨੂੰ ਰਾਜੇ